ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 352। ਆਸਾ ਮਹਿਲਾ ਪਹਿਲਾ। ਏਕੋ ਸਰਵਰ ਕਮਲ ਅਨੂਪ। ਸਤਸੰਗਤ ਇੱਕ ਸਰੋਵਰ ਹੈ ਜਿਸ ਵਿੱਚ ਸੰਤ ਜਨ ਸੋਹਣੇ ਕੌਲ ਫੁੱਲ ਹਨ। ਸਦਾ ਵਿਗਾਸੈ ਪਰਮਲ ਰੂਪ। ਸਾਧ ਸੰਗ ਉਹਨਾਂ ਨੂੰ ਨਾਮ ਜਲ ਦੇ ਕੇ ਸਦਾ ਖਿੜਾਈ ਰੱਖਦਾ ਹੈ। ਉਹਨਾਂ ਨੂੰ ਆਤਮਿਕ ਜੀਵਨ ਦੀ ਸੁਗੰਧੀ ਤੇ ਸੁੰਦਰਤਾ ਦਿੰਦਾ ਹੈ। ਉਜਲ ਮੋਤੀ ਚੁਗੈ ਹੰਸ। ਸੰਤ ਹੰਸ ਉਸ ਸਤਸੰਗ ਸਰੋਵਰ ਵਿੱਚ ਰਹਿ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਸੋਹਣੇ ਮੋਤੀ ਚੁੱਕ ਕੇ ਖਾਂਦੇ ਹਨ। ਸਰਬ ਕਲਾ ਜਗਦੀਸ਼ੈ ਅੰਸ। ਤੇ ਇਸ ਤਰ੍ਹਾਂ ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ ਬਣੇ ਰਹਿੰਦੇ ਹਨ। ਜਗਦੀਸ਼ ਨਾਲ ਇੱਕ ਰੂਪ ਹੋਏ ਰਹਿੰਦੇ ਹਨ। ਜੋ ਦਿਸੈ ਸੋ ਉਪਜੈ ਵਿੰਸੈ। ਜੋ ਕੁਝ ਦਿਸ ਰਿਹਾ ਹੈ ਭਾਵ ਇਹ ਦਿਸਦਾ ਜਗਤ ਪੈਦਾ ਹੁੰਦਾ ਹੈ ਤੇ ਨਾਸ ਹੁੰਦਾ ਹੈ। ਬਿਨ ਜਲ ਸਰਵਰ ਕਮਲ ਨਾ ਦਿਸੈ ਰਹਾਉ। ਪਰ ਸਰੋਵਰ ਵਿੱਚ ਉੱਗਿਆ ਹੋਇਆ ਕੌਲ ਪਾਣੀ ਤੋਂ ਬਿਨਾ ਨਹੀਂ ਹੈ, ਇਸ ਵਾਸਤੇ ਉਹ ਨਾਸ ਹੁੰਦਾ ਹੈ, ਨਹੀਂ ਦਿਸਦਾ। ਭਾਵ ਜਿਵੇਂ ਸਰੋਵਰ ਵਿੱਚ ਉੱਗਿਆ ਕੌਲ ਫੁੱਲ ਪਾਣੀ ਦੀ ਬਰਕਤ ਨਾਲ ਹਰਾ ਰਹਿੰਦਾ ਹੈ, ਤਿਵੇਂ ਸਤਸੰਗ ਵਿੱਚ ਟਿਕੇ ਰਹਿਣ ਵਾਲਾ ਗੁਰਮੁਖ ਦਾ ਹਿਰਦਾ ਕਮਲ ਸਦਾ ਆਤਮਿਕ ਜੀਵਨ ਵਾਲਾ ਹੈ। ਰਹਾਉ ਬਿਰਲਾ ਬੂਝੈ ਭਾਵੈ ਭੇਦ। ਸਤਸੰਗਤ ਸਰੋਵਰ ਦੀ ਇਹ ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ। ਸਾਖਾ ਤੀਨ ਕਹਿ ਨਿਤ ਵੇਦ। ਜਗਤ ਆਮ ਤੌਰ 'ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦਾ ਹੈ। ਵੇਦ ਵੀ ਤ੍ਰਿਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ। ਨਾਦ ਬਿੰਦ ਕੀ ਸੁਰਤ ਸਮਾਏ। ਸਤਸੰਗ ਵਿੱਚ ਰਹਿ ਕੇ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਸੂਝ ਵਿੱਚ ਲੀਨ ਰਹਿੰਦੀ ਹੈ, ਸਤਿਗੁਰ ਸੇਵ ਪਰਮ ਪਦ ਪਾਏ। ਉਹ ਆਪਣੇ ਗੁਰੂ ਦੇ ਦੱਸੇ ਰਾਹ 'ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਮੁਕਤੋ ਰਾਤੋ ਰੰਗ ਰਵਾਤੋ। ਸਤਸੰਗਤ ਸਰੋਵਰ ਵਿੱਚ ਚੁੱਭੀ ਲਾਉਣ ਵਾਲਾ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਸੁਤੰਤਰ ਹੈ। ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦਾ ਹੈ। ਪ੍ਰੇਮ ਵਿੱਚ ਟਿਕ ਕੇ ਸਿਮਰਨ ਕਰਦਾ ਹੈ। ਰਾਜਨ ਰਾਜ ਸਦਾ ਵਿਕਸਤੋ। ਰਾਜਿਆਂ ਦੇ ਰਾਜੇ ਪ੍ਰਭੂ ਵਿੱਚ ਜੁੜਿਆ ਰਹਿ ਕੇ ਸਦਾ ਪ੍ਰਸੰਨਚਿਤ ਰਹਿੰਦਾ ਹੈ। ਜਿਸ ਤੂੰ ਰਾਖੈ ਕਿਰਪਾ ਧਾਰ। ਪਰ ਹੇ ਪ੍ਰਭੂ, ਇਹ ਤੇਰੀ ਹੀ ਮਿਹਰ ਹੈ। ਤੂੰ ਮਿਹਰ ਕਰਕੇ ਜਿਸ ਨੂੰ ਮਾਇਆ ਦੇ ਅਸਰ ਤੋਂ ਬਚਾ ਲੈਂਦਾ ਹੈ ਉਹ ਬਚ ਜਾਂਦਾ ਹੈ। ਬੂੜਤ ਪਾਹਣ ਤਾਰੇ ਸਤਾਰ। ਤੂੰ ਆਪਣੇ ਨਾਮ ਦੀ ਵੇਲੀ ਵਿੱਚ ਬੜੇ ਬੜੇ ਪੱਥਰ ਦਿਲਾਂ ਨੂੰ ਤਾਰ ਲੈਂਦਾ ਹੈ। ਤਿਰਭਵਨ ਮਹਿ ਜੋ ਤਿਰਭਵਨ ਮਹਿ ਜਾਣਿਆ। ਜੋ ਮਨੁੱਖ ਸਤਸੰਗਤ ਵਿੱਚ ਟਿਕਿਆ ਉਸਨੇ ਤਿੰਨਾਂ ਭਵਨਾਂ ਵਿੱਚ ਪ੍ਰਭੂ ਦੀ ਜੋਤ ਵੇਖ ਲਈ। ਉਸਨੇ ਸਾਰੇ ਜਗਤ ਵਿੱਚ ਵਾਸਤੇ ਨੂੰ ਪਛਾਣ ਲਿਆ। ਉਲਟ ਭਈ ਘਰ ਘਰ ਮਹਿ ਆਣਿਆ। ਉਸ ਦੀ ਸੁਰਤ ਮਾਇਆ ਦੇ ਮੋਹ ਵੱਲੋਂ ਪਰਤ ਪਈ। ਉਸਨੇ ਪਰਮਾਤਮਾ ਦਾ ਨਿਵਾਸ ਤਾਂ ਆਪਣੇ ਹਿਰਦੇ ਵਿੱਚ ਲਿਆ ਬਣਾਇਆ। ਐਹਨਿਸ ਭਗਤ ਕਰੇ ਲਿਵ ਲਾਏ। ਨਾਨਕ ਤਿਨ ਕੇ ਲਾਗੈ ਪਾਏ। ਉਹ ਸੁਰਤ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ। ਨਾਨਕ ਅਜਿਹੇ ਬੜਭਾਗੀ ਸੰਤ ਜਨਾਂ ਦੀ ਚਰਨੀ ਲੱਗਦਾ ਹੈ। ਆਸਾ ਮਹੱਲਾ ਪਹਿਲਾ। ਗੁਰਮਤਿ ਸਾਚੀ ਹੁਜਤ ਦੂਰ। ਜੋ ਮਨੁੱਖ ਗੁਰੂ ਦੀ ਇਸ ਮੱਤ ਨੂੰ ਦ੍ਰਿੜ ਕਰਕੇ ਧਾਰਦਾ ਹੈ, ਪਰਮਾਤਮਾ ਦੀ ਅੰਸ ਮੰਗ ਸੰਗਤਾਂ ਬਾਰੇ ਉਹ ਮਨੁੱਖ ਦੀ ਸਰਧਾ ਪੂਰੀ ਹੋ ਜਾਂਦੀ ਹੈ। ਗੁਰਮਤਿ ਸਾਚੀ ਹੁਜਤ ਦੂਰ। ਜੋ ਮਨੁੱਖ ਗੁਰੂ ਦੀ ਇਸ ਮੱਤ ਨੂੰ ਦ੍ਰਿੜ ਕਰਕੇ ਧਾਰਦਾ ਹੈ, ਪਰਮਾਤਮਾ ਦੀ
ਅੰਗ ਸੰਗਤਾਂ ਬਾਰੇ ਉਸ ਮਨੁੱਖ ਦੀ ਅਸ਼ਰਧਾ ਦੂਰ ਹੋ ਜਾਂਦੀ ਹੈ। ਬਹੁਤ ਸਿਆਣਪ ਲਾਗੈ ਧੂਰ, ਗੁਰੂ ਦੀ ਮੱਤ ਤੇ ਸਰਦਾ ਦੇ ਥਾਂ ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿੱਚ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਹੈ। ਲਾਗੀ ਮੈਲ ਮਿਟੇ ਸਚ ਨਾਏ, ਇਹ ਇਕੱਠੀ ਹੋਈ ਮੈਲ ਸਦਾ ਸਿਰ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਮਿਟ ਸਕਦੀ ਹੈ। ਗੁਰ ਪ੍ਰਸਾਦ ਰਹੇ ਲਿਵ ਲਾਏ, ਤੇ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਟਿਕਾ ਕੇ ਰੱਖ ਸਕਦਾ ਹੈ। ਹਜ਼ੂਰ ਹਾਜ਼ਰ ਅਰਦਾਸ, ਹੇ ਭਾਈ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਹੈ, ਇੱਕ ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ। ਦੁੱਖ ਸੁੱਖ ਸਾਚ ਕਰਤੇ ਪਰ ਪਾਸ ਰਹਾਓ, ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ ਸੁੱਖ ਕਰਤਾਰ ਪ੍ਰਭੂ ਜਾਣਦਾ ਹੈ। ਰਹਾਓ ਕੂੜ ਕਮਾਵੇ ਆਵੇ ਜਾਵੇ, ਜੋ ਮਨੁੱਖ ਅਸ਼ਰਧਾ ਭਰੀਆਂ ਚਤੁਰਾਈਆਂ ਦੀ ਵਿਅਰਥ ਕਮਾਈ ਕਰਦਾ, ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਕਹਿਣ ਕਥਨ ਵਾਰਾ ਨਹੀਂ ਆਵੇ, ਉਸ ਦੀਆਂ ਇਹ ਵਿਅਰਥ ਗੱਲਾਂ ਕਿਤੇ ਮੁੱਕਦੀਆਂ ਹੀ ਨਹੀਂ। ਕਿਆ ਦੇਖਾਂ ਸੂਝ ਬੂਝ ਨਾ ਪਾਵੇ, ਅਗਿਆਨੀ ਅੰਨੇ ਹੁਜਤਾਂ ਵਿੱਚ ਹੀ ਰਹਿ ਕੇ ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸਨੂੰ ਕੋਈ ਸਮਝ ਨਹੀਂ ਆਉਂਦੀ। ਬਿਨ ਨਾਵੇ ਮਨ ਤ੍ਰਿਪਤ ਨਾ ਆਵੇ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਸਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਜੋ ਜਨਮੇ ਸੇ ਰੋਗ ਵਿਆਪੇ, ਜੋ ਵੀ ਜੀਵ ਜਗਤ ਵਿੱਚ ਜਨਮ ਲੈਂਦੇ ਹਨ, ਪਰਮਾਤਮਾ ਦੀ ਹਸਤੀ ਵੱਲੋਂ ਅਸਰਦਾ ਦੇ ਕਾਰਨ ਆਤਮਿਕ ਰੋਗ ਵਿੱਚ ਦੱਬੇ ਰਹਿੰਦੇ ਹਨ। ਹਉਮੈ ਮਾਇਆ ਦੁੱਖ ਸੰਤਾਪੇ, ਤੇ ਹਉਮੈ ਦੇ ਦੁੱਖ ਵਿੱਚ, ਮਾਇਆ ਦੇ ਮੋਹ ਦੇ ਦੁੱਖ ਵਿੱਚ ਉਹ ਕਲੇਸ਼ ਪਾਉਂਦੇ ਰਹਿੰਦੇ ਹਨ। ਸੇ ਜਨ ਵਾਚੇ ਜੋ ਪਰਬ ਰਾਖੇ, ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ। ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ ਨਾਮ ਚਖਿਆ। ਚਲ ਤੋਂ ਮਨ ਰਾਖੈ ਅੰਮ੍ਰਿਤ ਚਾਖੈ, ਜੋ ਮਨੁੱਖ ਪਰਮਾਤਮਾ ਦਾ ਸਦਾ ਸਿਰ ਰਹਿਣ ਵਾਲਾ ਨਾਮ ਰਸ ਚੱਖਦਾ ਹੈ ਤੇ ਚੰਚਲ ਮਨ ਨੂੰ ਕਾਬੂ ਵਿੱਚ ਰੱਖਦਾ ਹੈ। ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ, ਜੋ ਮਨੁੱਖ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਅਟਲ ਆਤਮਿਕ ਜੀਵਨ ਦੇਣ ਵਾਲੀ ਸਿਫਤਸਲਾਹ ਦੀ ਬਾਣੀ ਉਚਾਰਦਾ ਹੈ। ਸਾਚੇ ਸ਼ਬਦ ਮੁਕਤ ਗਤ ਪਾਏ, ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਨਾਨਕ ਵਿੱਚੋਂ ਆਪ ਗਵਾਏ, ਤੇ ਇਹ ਨਾਨਕ ਉਹ ਆਪਣੇ ਅੰਦਰੋਂ ਆਪਣੀ ਸਿਆਣਪ ਦਾ ਅਹੰਕਾਰ ਦੂਰ ਕਰ ਲੈਂਦਾ ਹੈ। ਆਸਾ ਮਹੱਲਾ ਪਹਿਲਾ। ਜੋ ਤਿਸ ਕੀਆ ਸੋ ਸਚ ਥੀਆ, ਜਿਸ ਜੀਵ ਨੂੰ ਉਹ ਪਰਮਾਤਮਾ ਨੇ ਆਪਣਾ ਬਣਾ ਲਿਆ ਹੈ, ਉਹ ਸਦਾ ਸਿਰ ਪ੍ਰਭੂ ਦਾ ਰੂਪ ਹੀ ਬਣ ਗਿਆ ਹੈ। ਅੰਮ੍ਰਿਤ ਨਾਮ ਸਤਿਗੁਰ ਦੀਆ, ਉਸ ਨੂੰ ਸਤਿਗੁਰੂ ਨੇ ਅਟਲ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਦੇ ਦਿੱਤਾ। ਹਿਰਦੇ ਨਾਮ ਨਾਹੀ ਮਨ ਭੰਗ, ਉਸ ਜੀਵ ਦੇ ਹਿਰਦੇ ਵਿੱਚ ਸਦਾ ਪ੍ਰਭੂ ਦਾ ਨਾਮ ਵਸਦਾ ਹੈ, ਉਸ ਦੇ ਮਨ ਵਿੱਚ ਪ੍ਰਭੂ ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਅੰਨ ਦਿਨ ਨਾਲ ਪਿਆਰੇ ਸੰਗ, ਹਰ ਰੋਜ਼ ਹਰ ਵੇਲੇ ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ। ਹਰ ਜੀਉ ਰਾਖੋ ਆਪਣੀ ਸਰਨਾਈ, ਹੇ ਪ੍ਰਭੂ ਜੀ ਇਸ ਮਨੁੱਖ ਨੂੰ ਤੂੰ ਆਪਣੀ ਸਰਨ ਵਿੱਚ ਰੱਖਦਾ ਹੈ। ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ। ਰਹਾਓ ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸਵਾਦ ਚੱਖ ਲੈਂਦਾ ਹੈ, ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ, ਜੋ ਉਸ ਵਾਸਤੇ ਮਾਨੋ 9 ਖਜ਼ਾਨੇ ਹੈ, ਭਾਵ ਧਰਤੀ ਦਾ ਸਾਰਾ ਹੀ ਧਨ ਪਦਾਰਥ ਨਾਮ ਦੇ ਟਾਕਰੇ 'ਤੇ ਉਸ ਨੂੰ ਤੁੱਛ ਜਾਪਦਾ ਹੈ। ਕਰਮ ਧਰਮ ਸੱਚ ਸਾਚਾ ਨਾਓ, ਜੋ ਪ੍ਰਭੂ ਦੇ ਸਦਾ ਸਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਅਤੇ ਧਾਰਮਿਕ ਫਰਜ਼ ਸਮਝਦਾ ਹੈ, ਤਾਂ ਕਿ ਸਦ ਬਲਿਹਾਰਿਆ ਜਾਊਂ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ। ਜੋ ਹਰ ਰਾਤੇ ਸੇ ਜਨ ਪ੍ਰਵਾਨ, ਪ੍ਰਭੂ ਦੀ ਹਜ਼ੂਰੀ ਵਿੱਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ।
ਤਿੰਨ ਕੀ ਸੰਗਤ ਪਰਮ ਨਿਧਾਨ। ਉਹਨਾਂ ਦੀ ਸੰਗਤ ਕੀਤਿਆਂ ਸਭ ਤੋਂ ਕੀਮਤੀ ਨਾਮ ਖਜ਼ਾਨਾ ਮਿਲਦਾ ਹੈ। ਹਰ ਵਰ ਜਿਨ ਪਾਇਆ ਧਨ ਨਾਰੀ। ਉਹ ਜੀਵ ਇਸਤਰੀ ਭਾਗਾਂ ਵਾਲੀ ਹੈ ਜਿਸਨੇ ਪ੍ਰਭੂ ਪਤੀ ਆਪਣੇ ਹਿਰਦੇ ਵਿੱਚ ਲੱਭ ਲਿਆ ਹੈ। ਹਰ ਸਿਮਰਾਤੀ ਸ਼ਬਦ ਵਿਚਾਰੀ। ਜੋ ਪ੍ਰਭੂ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫਤਸਲਾਹ ਦੀ ਬਾਣੀ ਨੂੰ ਆਪਣੇ ਮਨ ਵਿੱਚ ਵਿਚਾਰਦੀ ਹੈ। ਆਪ ਤਰੇ ਸੰਗਤ ਕੁਲ ਤਾਰੈ। ਉਹ ਜੀਵ ਇਸਤਰੀ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੀ ਹੈ ਅਤੇ ਆਪਣੇ ਸੰਗਤ ਵਿੱਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ। ਸਤਿਗੁਰ ਸੇਵ ਤਤ ਵਿਚਾਰੈ। ਸਤਿਗੁਰ ਦੱਸੇ ਰਾਹ ਉੱਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀ ਅੱਖਾਂ ਦੇ ਸਾਹਮਣੇ ਰੱਖਦੀ ਹੈ। ਹਮਾਰੀ ਜਾਤ ਪਤ ਸਚ ਨਾਉ। ਦੁਨੀਆ ਵਿੱਚ ਕਿਸੇ ਨੂੰ ਉੱਚੀ ਜਾਤ ਦਾ ਮਾਣ ਹੈ, ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ। ਇਹ ਪ੍ਰਭੂ ਮਿਹਰ ਕਰ, ਤੇਰਾ ਸਦਾ ਤੇ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤ ਤੇ ਕੁਲ ਹੋਵੇ। ਕਰਮ ਧਰਮ ਸੰਜਮ ਸਤ ਭਾਉ। ਤੇਰਾ ਸੱਚਾ ਪਿਆਰੀ ਮੇਰੇ ਲਈ ਧਾਰਮਿਕ ਕਰਮ ਧਰਮ ਤੇ ਜੀਵਨ ਯੁਕਤ ਹੋਵੇ। ਨਾਨਕ ਬਖਸ਼ੇ ਪੂਛ ਨਾ ਹੋਏ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ। ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ। ਦੂਜਾ ਮਿਟੇ ਏਕੋ ਸੋਏ। ਉਸ ਨੂੰ ਹਰ ਪਾਸੇ ਇੱਕ ਪ੍ਰਭੂ ਹੀ ਦਿਸਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਹੋਣ ਦਾ ਖਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।